ਸਤਿ ਸ਼੍ਰੀ ਅਕਾਲ ਦੋਸਤੋ, ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਆਪ ਜੀ ਨੂੰ ਦੱਸ ਦਈਏ ਕਿ ਅਸੀਂ ਜੋ ਅੱਜ ਆਪ ਜੀ ਦੇ ਨਾਲ ਚੋਣ ਚਰਚਾ ਕਰਨ ਜਾ ਰਹੇ ਹਾਂ, ਉਹ ਚੋਣ ਚਰਚਾ ਦੇ ਵਿੱਚ ਅਸੀਂ ਜੋ ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। 86 ਦੇ ਵਿੱਚੋਂ ਜੋ ਕਿ ਉਹਨਾਂ ਦੇ ਮੰਤਰੀ ਅਤੇ 60 ਵਿਧਾਇਕ ਵੀ ਹਨ, ਉਹਨਾਂ ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ ਉਹਨਾਂ 4 ਦਾਗੀ ਮੰਤਰੀਆਂ ਦੀ, ਜਿਨ੍ਹਾਂ ਦਾਗੀ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ। ਉਹਨਾਂ ਦਾਗੀ ਮੰਤਰੀਆਂ ਨੂੰ ਟਿਕਟ ਦੇਣ ਦੇ ਕਾਰਨ ਇਲਾਕੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਵੀ ਹੁਣ ਜੋ ਇਹ ਕਾਂਗਰਸ ਦਾ ਹੱਥ ਭ੍ਰਿਸ਼ਟਾਚਾਰੀਆਂ ਕੇ ਹੋ ਗਿਆ ਕੈਸੇ ਸਾਥ ਜੋ ਦੇਖਿਆ ਜਾ ਰਿਹਾ ਹੈਗਾ। ਜੇਕਰ ਇਹਨਾਂ ਦਾਗੀ ਮੰਤਰੀਆਂ ਦੀ ਗੱਲ ਕਰ ਲਈਏ, ਜੋ ਪਹਿਲਾਂ ਇਹ ਦਾਗੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਆ ਤੇ ਵੇਖੇ ਜਾਂਦੇ ਸੀਗੇ। ਉਹਨਾਂ ਦੇ ਵਿੱਚੋਂ ਸਰਦਾਰ ਬਲਵੀਰ ਸਿੰਘ ਸਿੱਧੂ ਜੋ ਕਿ ਹੈਲਥ ਮਿਨਿਸਟਰ ਸਨ, ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸਾਧੂ ਸਿੰਘ ਧਰਮਸ਼ੋਤ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ, ਇਹ ਚਾਰਾਂ ਦੇ ਉੱਪਰ ਜੋ ਗੰਭੀਰ ਇਲਜ਼ਾਮ ਕਾਂਗਰਸ ਵੱਲੋਂ ਹੀ ਲਗਾਏ ਗਏ ਸਨ ਤੇ ਇਹਨਾਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਸੀ। ਤੇ ਉਸ ਸਭ ਦੇ ਬਾਵਜੂਦ ਹੁਣ ਫਿਰ ਜਿਸ ਪ੍ਰਕਾਰ ਇਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ, ਖਾਸ ਕਰ ਜੇਕਰ ਗੱਲ ਕਰ ਲਈਏ ਸਰਦਾਰ ਬਲਵੀਰ ਸਿੰਘ ਸਿੱਧੂ ਹੋਰਾਂ ਦੀ, ਤਾਂ ਬਲਵੀਰ ਸਿੰਘ ਸਿੱਧੂ ਹੋਰਾਂ ਦੇ ਉੱਪਰ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਮਾਨਕਪੁਰ ਕੱਲਰ ਵਿਖੇ ਜਿੱਥੇ ਸ਼ਾਮਲਾ ਜ਼ਮੀਨ ਦੱਬਣ ਦੇ ਗੰਭੀਰ ਦੋਸ਼ ਹੈ ਤੇ ਉਹਨਾਂ ਦੇ ਜਦੋਂ ਮੰਤਰੀ ਪਦ ਤੋਂ ਹਟਾਏ ਗਏ ਉੱਥੇ ਵੀ ਲੱਡੂ ਵੰਡੇ ਗਏ ਸਨ। ਤੇ ਉਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰ ਲਈਏ ਤਾਂ ਬਲੌਂਗੀ ਵਿਖੇ ਇੱਕ ਗਊਸ਼ਾਲਾ ਦੀ ਆੜ ਦੇ ਹੇਠ ਜੋ ਸ਼ਾਮਲਾਤ ਜ਼ਮੀਨ ਦੇ ਉੱਪਰ ਇਹਨਾਂ ਵੱਲੋਂ ਕਬਜ਼ਾ ਕੀਤਾ ਗਿਆ, ਉਹ ਵੀ ਮਾਮਲਾ ਅਜੇ ਤੱਕ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਜ਼ਿਲ੍ਹਾ ਮੋਹਾਲੀ ਦੇ ਵਿੱਚ, ਜੋ ਕਿ ਇਹ ਹਲਕਾ ਮੋਹਾਲੀ ਪੈਂਦਾ ਹੈਗਾ, ਉਹ ਉਸ ਜ਼ਿਲ੍ਹੇ ਦੇ ਮੁੱਲਾਂਪੁਰ ਗਰੀਬਦਾਸ ਵਿਖੇ ਵੀ ਇਹਨਾਂ ਵੱਲੋਂ ਜ਼ਮੀਨ ਜੋ ਦੱਬੀ ਗਈ ਹੈ। ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਲਕਾ, ਜੋ ਕਿ ਬਿਲਕੁਲ ਮੋਹਾਲੀ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਅਸੀਂ ਗੱਲ ਕਰ ਲਈਏ ਤਾਂ ਉੱਥੇ ਚਤਾਮਲੀ, ਜਿੱਥੇ ਕਿ ਇਹਨਾਂ ਦਾ ਕਾਰੋਬਾਰ ਹੈਗਾ, ਜੋ ਕਿ ਇਹ LPG ਗੈਸ ਦਾ ਇਹਨਾਂ ਦਾ ਉੱਥੇ ਭੰਡਾਰਨ ਕੀਤਾ ਹੋਇਆ ਹੈਗਾ, ਵੱਡੇ ਗੋਦਾਮ ਹੈਗੇ ਆ ਤੇ ਇਹਨਾਂ ਦੀ ਆਪਣੀ ਪ੍ਰਾਪਰਟੀ ਕਾਫੀ ਬੜੀ ਹੱਦ ਦੇ ਵਿੱਚ ਜੋ ਕਿ ਹੁਣੇ ਤਾਜੀ ਬਣਾਈ ਹੋਈ ਹੈ ਇਹਨਾਂ ਨੇ। ਉੱਥੇ ਇੱਕ ਦਲਿਤ ਭਾਈਚਾਰੇ ਦੀ ਇੱਕ ਗਰੀਬ ਲੇਡੀ ਦੀ ਜ਼ਮੀਨ, ਇੱਕ ਕਿੱਲੇ ਦੇ ਕਰੀਬ ਜ਼ਮੀਨ ਦੱਬਣ ਦੀ ਇੱਕ ਨਾਕਾਮ ਕੋਸ਼ਿਸ਼ ਕੀਤੀ ਸੀਗੀ, ਜੋ ਕਿ ਇਲਾਕਾ ਵਾਸੀਆਂ ਦੇ ਵੱਲੋਂ ਬਹੁਤ ਵੱਡਾ ਵਿਰੋਧ ਕਰਨ ਦੇ ਕਾਰਨ ਇਹਨਾਂ ਨੇ ਫਿਲਹਾਲ ਉਹ ਕਬਜ਼ਾ ਆਪਣਾ ਛੱਡ ਦਿੱਤਾ ਸੀਗਾ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਮੈਡੀਕਲ ਦੇ ਉੱਪਰ ਜਿੱਥੇ ਮੈਡੀਕਲ ਕਿੱਟਾਂ ਦਾ ਘਟਾਲੇ ਦਾ ਆਰੋਪ ਲੱਗੇ ਸੀ ਤੇ ਜਿੱਥੇ ਉਹਨਾਂ ਨੂੰ ਵੈਕਸੀਨ ਘਟਾਲਿਆਂ ਦੇ ਵਿੱਚ ਉਹਨਾਂ ਦੀ ਚਰਚਾ ਹੋਈ ਸੀਗੀ, ਉੱਥੇ ਇੰਜੈਕਸ਼ਨ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਵੀ ਉਹਨਾਂ ਦੇ ਉੱਪਰ ਵੱਡੇ ਦੋਸ਼ ਲੱਗੇ ਸਨ। ਪਰ ਇਸ ਸਭ ਦੇ ਬਾਵਜੂਦ ਜਿਸ ਪ੍ਰਕਾਰ ਕਾਂਗਰਸ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਆ, ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸਾਧੂ ਸਿੰਘ ਧਰਮਸੋਤ ਦੀ, ਤਾਂ ਇਹਨਾਂ ਕੋਲ ਤਾਂ ਬਹੁਤ ਕਰੋੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਬੜੇ ਜ਼ਬਰਦਸਤ ਇੱਕ ਸਕੈਂਡਲ ਨਿਕਲ ਕੇ ਸਾਹਮਣੇ ਆਇਆ ਸੀਗਾ। ਪਰ ਫਿਰ ਵੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਆਪਣੇ ਨਿੱਜੀ ਹੋਣ ਕਾਰਨ ਇੱਕ ਕਲੀਨ ਚਿੱਟ ਦੇ ਦਿੱਤੀ ਸੀਗੀ, ਪਰ ਉੱਥੇ ਜੋ ਅਜੇ ਤੱਕ ਜਨਤਾ ਦੀ ਕਚਹਿਰੀ ਦੇ ਵਿੱਚ ਇਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ ਸੀਗੀ। ਇਹ ਆਰੋਪਾਂ ਦਾ ਇਹ ਸਾਹਮਣਾ ਕਰ ਰਿਹਾ। ਬਲਵੀਰ ਸਿੱਧੂ ਨੇ ਤਾਂ ਇੱਥੋਂ ਤੱਕ ਹੱਦ ਮੁਕਾ ਦਿੱਤੀ ਸੀਗੀ, ਜੋ ਕਿ ਸਰਕਾਰੀ ਜੋ ਹਸਪੀਟਲ ਦੀ ਜ਼ਮੀਨ ਸੀਗੀ ਉਹ ਨਾਲ ਹੀ ਮੈਕਸ ਹਸਪੀਟਲ ਨੂੰ ਦੇ ਦਿੱਤੀ ਸੀਗੀ। ਤੇ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨਾਮਾ ਕਰਕੇ, ਜਿਵੇਂ ਕਿ ਇਹਨਾਂ ਦਾ ਬਰਿਆਲੀ ਗੋਲੀ ਕਾਂਡ ਦੇ ਵਿੱਚ ਵੀ ਇਹਨਾਂ ਦੇ ਭਰਾ ਦਾ ਨਾਮ ਵੱਜ ਰਿਹਾ ਹੈਗਾ ਤੇ ਅਜੇ ਤੱਕ ਉਹ ਉੱਥੇ ਕੇਸਾਂ ਦਾ ਸਾਹਮਣਾ ਕਰ ਰਹੇ ਹੈ। ਤੇ ਇਸ ਪ੍ਰਕਾਰ ਜੇਕਰ ਅਸੀਂ ਗੱਲ ਕਰ ਲਈਏ ਤਾਂ ਜਿਸ ਪ੍ਰਕਾਰ ਇਹ ਟਿਕਟਾਂ ਦਿੱਤੀਆਂ ਗਈਆਂ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਨੂੰ, ਤਾਂ ਉਸ ਤੋਂ ਇੱਕ ਇਹ ਵੀ ਮੈਸੇਜ ਸਾਫ਼ ਜਾ ਰਿਹਾ ਹੈਗਾ ਕਿ ਕੈਪਟਨ ਦੇ ਹੱਕ 'ਚ ਜਾਣ ਤੋਂ ਰੋਕਣ ਦੇ ਲਈ ਇਹਨਾਂ ਨੂੰ ਕਾਂਗਰਸ ਨੇ ਇਸ ਕਰਕੇ ਟਿਕਟਾਂ ਦਿੱਤੀਆਂ ਹਨ ਕਿ ਇਹਨਾਂ ਨੂੰ ਕੋਈ ਕੈਂਡੀਡੇਟ ਨਾ ਮਿਲ ਜਾਣ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਇੱਕ ਇਹ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਵੀ ਅਸੀਂ ਇਹ ਜੋ ਟਿਕਟਾਂ ਹਨ ਉਹ ਟਿਕਟਾਂ ਜੋ ਐਕਟੀਵਿਟੀ ਦੇ ਆਧਾਰ ਦੇ ਉੱਪਰ ਦਿੱਤੀਆਂ ਹਨ। ਮੰਨ ਸਕਦੇ ਹਾਂ ਕਿ ਵੀ ਇਹਨਾਂ ਨੂੰ ਇਹ ਚਿਹਰੇ ਬਣਨ ਤੋਂ ਪੰਜਾਬ ਲੋਕ ਕਾਂਗਰਸ ਦੇ ਇੱਕ ਤਰ੍ਹਾਂ ਦਾ ਕਾਂਗਰਸ ਨੇ ਰੋਕ ਲਿਆ ਹੈਗਾ। ਤੇ ਜੇਕਰ ਗੱਲ ਕਰ ਲਈਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਉੱਪਰ ਖੁਦ ਦੋਸ਼ ਲਗਾਏ ਸਨ। ਤੇ ਹੁਣ ਵੇਖਣਾ ਇਹ ਹੈ ਕਿ ਵੀ ਜੋ ਬਲਵੀਰ ਸਿੰਘ ਸਿੱਧੂ ਦੀ ਗੱਲ ਕਰ ਲਈਏ ਤਾਂ ਇਹਨਾਂ ਦਾ ਕੁਰਾਲੀ ਦੇ ਵਿੱਚ ਵੀ, ਜਿੱਥੇ ਕਿ ਇਹਨਾਂ ਦਾ ਕਾਰੋਬਾਰ ਹੈਗਾ, ਉੱਥੇ ਵੀ ਮਾਰਸ਼ਲ ਗਰੁੱਪ ਵੱਲੋਂ ਬਹੁਤ ਤਕੜਾ ਵਿਰੋਧ ਇਸ ਕਰਕੇ ਕੀਤਾ ਗਿਆ ਸੀਗਾ ਕਿਉਂਕਿ ਇਹਨਾਂ ਨੇ ਹਸਪਤਾਲਾਂ ਦੇ ਵਿੱਚ ਜੋ ਕਿ ਸਹੂਲਤਾਂ ਨਹੀਂ ਦਿੱਤੀਆਂ ਸਨ, ਉਹ ਜੋ ਹਸਪੀਟਲ ਸੀਗਾ ਉਸ ਨੂੰ ਬਿਲਕੁਲ ਖਤਮ ਕਰਨ ਦੀਆਂ ਇੱਕ ਸਾਜ਼ਿਸ਼ਾਂ ਹੋ ਰਹੀਆਂ ਸਨ, ਜਿਸ ਤੋਂ ਇਲਾਕਾ ਵਾਸੀ ਇੱਥੇ ਆਪਣੇ ਉਹਨਾਂ ਨੇ ਸੰਘਰਸ਼ ਕੀਤਾ। ਸੰਘਰਸ਼ ਕਰਨ ਤੋਂ ਬਾਅਦ ਉੱਥੇ ਜੋ ਮੈਡੀਕਲ ਸਹੂਲਤਾਂ ਆਪਣੇ ਪੱਧਰ ਦੇ ਉੱਪਰ ਲਈਆਂ, ਵਿਧਾਨ ਸਭਾ ਦੇ ਵਿੱਚ ਕੁਐਸਚਨ ਹੋਏ, ਵਿਧਾਨ ਸਭਾ ਦੇ ਘਰਾਓ ਵੀ ਕੀਤੇ। ਤੇ ਇਹ ਜੋ ਵਿਰੋਧੀਆਂ
ਗੂੰਜਾਂ ਹਨ ਇਹ ਅੱਜ ਫਿਰ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਇਹ ਗੂੰਜ ਰਹੀਆਂ ਹਨ, ਇਹ ਸਾਫ਼ ਸੁਣਾਈ ਦੇ ਰਹੀਆਂ ਹਨ। ਤੇ ਇੱਥੇ ਜੇਕਰ ਗੱਲ ਕਰ ਲਈਏ ਤਾਂ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਸਰਦਾਰ ਕੁਲਵੰਤ ਸਿੰਘ ਦੇ ਨਾਲ ਬਲਵੀਰ ਸਿੰਘ ਸਿੱਧੂ ਹੋਰਾਂ ਦਾ ਮੰਨਿਆ ਜਾ ਰਿਹਾ ਹੈਗਾ। ਕੁਲਵੰਤ ਸਿੰਘ ਦੀ ਜੇਕਰ ਗੱਲ ਕਰ ਲਈ ਤਾਂ ਉਹ JLPL ਦੇ ਲੈਂਡ ਪ੍ਰਮੋਟਰ ਹਨ, ਬਹੁਤ ਵੱਡਾ ਇੱਕ ਨਾਮ ਹੈਗਾ। ਤੇ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਸਾਫ਼ ਸੁਥਰੀ ਸ਼ਖਸੀਅਤ ਹੈਗੀ ਹੈ, ਉਹ ਸਾਰੇ ਜੋ ਹਲਕੇ ਦੇ ਵਿੱਚ ਹੈ ਇੱਕ ਵਧੀਆ ਰੂਪ ਦੇ ਵਿੱਚ ਵੇਖੀ ਜਾਂਦੀ ਹੈਗੀ ਹੈ। ਜੇਕਰ ਹੋਰ ਗੱਲ ਕਰ ਲਈਏ ਤਾਂ ਉਹ ਜੋ ਕਰਾਲੀ ਦੇ ਮੋਹਾਲੀ ਦੇ ਪਹਿਲੇ ਨਗਰ ਨਿਗਮ ਦੇ ਮੇਅਰ ਵੀ ਰਹਿ ਚੁੱਕੇ ਹੈ ਤੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਵੀ ਪਹਿਲਾਂ ਰਹਿ ਚੁੱਕੇ ਆ ਤੇ ਉਹਨਾਂ ਕੋਲ ਲੋਕ ਸਭਾ ਚੋਣ ਲੜਨ ਦਾ ਵੀ ਤਜਰਬਾ ਹੈ, ਜਿਸ ਕਰਕੇ ਇਹ ਇੱਕ ਮੁਕਾਬਲਾ, ਬਹੁਤ ਵੱਡਾ ਮੁਕਾਬਲਾ ਉੱਥੇ ਦੇਖਿਆ ਜਾ ਰਿਹਾ ਹੈਗਾ। ਤੇ ਹੁਣ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਪਰਮਿੰਦਰ ਸਿੰਘ ਸੁਹਾਣਾ ਨੂੰ ਵੀ ਉੱਥੋਂ ਟਿਕਟ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਵਿਛੋੜਾ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈਗਾ ਕਿ ਵੀ ਜੋ ਉੱਥੇ ਦਾ ਜੰਪਲ ਹੈਗਾ ਮੋਹਾਲੀ ਦਾ, ਉਸ ਨੂੰ ਅਕਾਲੀ ਦਲ ਨੇ ਪਰਮਿੰਦਰ ਸਿੰਘ ਸੁਹਾਣਾ ਨੂੰ, ਜੋ ਕਿ ਲੇਬਰ ਫੈਡ ਦੇ MD ਵੀ ਰਹਿ ਚੁੱਕੇ ਹੈ ਤੇ ਉਹਨਾਂ ਕੌਂਸਲਰ ਵੀ ਰਹਿ ਚੁੱਕੇ ਹੈ, ਉਹਨਾਂ ਦੀ ਮਿਸਿਸ ਜੋ ਕਿ ਉਹ ਵੀ ਖੁਦ ਕੌਂਸਲਰ ਹਨ ਇਸ ਸਮੇਂ ਮੌਜੂਦਾ, ਤੇ ਇਹ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵੀ ਲੜ ਚੁੱਕੇ ਹੈ, ਇਹਨਾਂ ਦੇ ਭਰਾ ਵੀ ਲੜ ਚੁੱਕੇ ਹੈ। ਤੇ ਇਸ ਪ੍ਰਕਾਰ ਇਹ ਇੱਕ ਜੋ ਮੁਕਾਬਲਾ ਬੜਾ ਰੋਚਕ ਬਣਦਾ ਨਜ਼ਰ ਆ ਰਿਹਾ ਹੈਗਾ। ਸਹਿਜਧਾਰੀ ਸਿੱਖ ਪਾਰਟੀ ਵੱਲੋਂ ਜੋ ਡਾਕਟਰ ਰਾਣੂ ਹੈਗੇ ਆ, ਉਹਨਾਂ ਨੂੰ ਟਿਕਟ ਦਿੱਤੀ ਗਈ ਹੈਗੀ ਹੈ। ਤੇ ਇਸ ਤਰ੍ਹਾਂ ਹੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਜੋ ਕਿਸਾਨੀ ਸੰਘਰਸ਼ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈਗਾ ਸੰਯੁਕਤ ਮੋਰਚਾ, ਜੋ ਨਿਕਲ ਕੇ ਆਇਆ ਹੈਗਾ ਹੁਣ ਇਸ ਸਮੇਂ, ਜੋ ਕਿਸਾਨਾਂ ਨੇ ਆਪਣੀ ਪਾਰਟੀ ਅਲੱਗ ਪਾਰਟੀ ਸੰਯੁਕਤ ਸਮਾਜ ਮੋਰਚਾ ਬਣਾਈ ਹੈਗੀ ਹੈ, ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਤਾਂ ਰਵਨੀਤ ਸਿੰਘ ਨੂੰ ਉੱਥੋਂ ਇਹ ਟਿਕਟ ਦਿੱਤੀ ਗਈ ਹੈ, ਜੋ ਕਿ ਹਰਮੀਤ ਸਿੰਘ ਕਾਦੀਆਂ ਦੇ ਰਿਸ਼ਤੇਦਾਰ ਨੇ। ਤੇ ਹੁਣ ਵੇਖਣਾ ਇਹ ਹੈ ਕਿ ਵੀ ਲੋਕ ਇਸ ਮੁਕਾਬਲੇ ਨੂੰ ਕਿਸ ਪ੍ਰਕਾਰ ਲੈਂਦੇ ਹਨ, ਕਿਉਂਕਿ ਹਲਕੇ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਗਰਾਊਂਡ ਸਪੋਰਟਸ ਦੀ ਗੱਲ ਕਰ ਲਈਏ ਤਾਂ ਇਹ ਮੁਕਾਬਲਾ ਇੱਕ ਦਾਗੀ ਮੰਤਰੀ ਦੇ ਨਾਲ ਜਿੱਥੇ ਮੰਨਿਆ ਜਾ ਰਿਹਾ ਹੈਗਾ, ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਆਪਣਾ ਕੈਂਡੀਡੇਟ ਨਹੀਂ ਐਲਾਨਿਆ ਗਿਆ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਵੀ ਇਹ ਜੋ ਮੁਕਾਬਲਾ ਹੈਗਾ ਕਿਸ ਪ੍ਰਕਾਰ ਦਾ ਹੋਏਗਾ। ਪਰ ਇਸ ਸਮੇਂ ਜੋ ਮੋਹਾਲੀ ਹਲਕੇ ਤੋਂ ਆਵਾਜ਼ਾਂ ਆ ਰਹੀਆਂ ਹਨ ਜਾਂ ਪੰਜਾਬ ਦੇ ਵਿੱਚ ਇਹਨਾਂ ਦਾਗੀਆਂ ਨੂੰ ਜਿਸ ਪ੍ਰਕਾਰ ਟਿਕਟਾਂ ਦਿੱਤੀਆਂ ਗਈਆਂ ਹਨ, ਉਸ ਤੋਂ ਸਾਰੇ ਹੀ ਆਪਣੀ ਇੱਕ ਜੋ ਲੋਕ ਹਨ ਉਹ ਹੈਰਾਨ ਹਨ ਕਿ ਵੀ ਇਹਨਾਂ ਦਾਗੀਆਂ ਨੂੰ ਟਿਕਟਾਂ ਕਿਉਂ ਦਿੱਤੀਆਂ ਗਈਆਂ। ਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਵੀ ਇਹ ਟਿਕਟਾਂ ਦਾਗੀਆਂ ਵੱਲੋਂ ਬਹੁਤ ਵੱਡੇ ਪਾਰਟੀ ਫੰਡ ਦੇ ਕੇ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਇਹ ਵੀ ਚਰਚਾਵਾਂ ਲੱਗੀਆਂ ਹੋਈਆਂ ਸਨ ਕਿ ਵੀ ਬਲਵੀਰ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ, ਜੋ ਕਿ ਉਹਨਾਂ ਨੇ ਆਪਣੇ ਫਿਲਹਾਲ ਵਿਰੋਧੀਆਂ ਦੇ ਇੱਥੇ ਮੂੰਹ ਬੰਦ ਕਰ ਦਿੱਤੇ ਸਨ। ਪਰ ਫਿਰ ਵੀ ਜੋ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜੋ ਨਜਾਇਜ਼ ਤੌਰ ਤੇ ਜ਼ਮੀਨਾਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਗਏ ਹੈ, ਜੋ ਘਟਾਲੇ ਕੀਤੇ ਗਏ ਹੈ, ਉਹ ਜਗ ਜ਼ਾਹਰ ਨੇ ਤੇ ਇਲੈਕਸ਼ਨ ਦੇ ਵਿੱਚ ਸਾਰੇ ਇੱਕ ਇੱਕ ਕਰਕੇ ਬਾਹਰ ਨਿਕਲ ਰਹੇ ਨੇ। ਤੇ ਹੁਣ ਵੇਖਣਾ ਬਣਦਾ ਹੈ ਕਿ ਵੀ ਇਸ ਵਿੱਚ ਕੌਣ ਬਾਜੀ ਮਾਰਦਾ ਹੈ, ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ, ਸਮੇਂ ਦੇ ਗਰਭ ਦੇ ਵਿੱਚ ਹੈ।